ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ BBC ਪੰਜਾਬ ਤੇ ਮੈਂ ਦਲਜੀਤ ਅਜਨੂਹਾ। ਦੋਸਤੋ, ਅਕਸਰ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ, ਚਾਹੇ ਉਹ ਭਾਰਤ ਦੇਸ਼ ਦਾ ਕੋਈ ਵੀ ਸੂਬਾ ਹੋਵੇ, ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਪਛੜਿਆ ਸਮਝਿਆ ਜਾਂਦਾ ਆ, ਤੇ ਜਿਹਦੇ ਨਾਲ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਐਜੂਕੇਟਡ ਹੋਣ ਦੇ ਬਾਵਜੂਦ ਵੀ ਘਰਾਂ ਦੇ ਕੰਮ ਤੱਕ ਸੀਮਿਤ ਰਹਿ ਜਾਂਦੀਆਂ। ਅੱਜ ਅਸੀਂ ਇਸੇ ਵਿਸ਼ੇ ਨੂੰ ਲੈ ਕੇ ਗੱਲ ਕਰਾਂਗੇ ਡਾਕਟਰ ਰੀਤੂ ਕੁਮਰਾ ਜੀ ਦੇ ਨਾਲ। ਉਹ ਵੀ ਇੱਕ ਲੜਕੀ ਨੇ ਔਰ ਬਹੁਤ ਵੱਡੀ ਐਫਰਟਸ ਕਰਦੇ ਨੇ, ਤੇ ਉਹਨਾਂ ਦੀ ਐਜੂਕੇਸ਼ਨ ਔਰ ਕਿਹੜੀ ਐਫਰਟਸ ਕੀਤੀ ਹੈ, ਬੁੱਕ ਲਿਖੀ ਹੈ, ਕੀ ਕੀਤਾ ਉਹਨਾਂ ਨੇ। ਇਹ ਇੱਕ ਲੜਕੀਆਂ ਨੂੰ, ਸਾਡੇ ਸਮਾਜ ਨੂੰ ਸੇਧ ਦੇਣ ਦਾ ਇੱਕ ਸਾਡਾ ਉਪਰਾਲਾ ਹੋਵੇਗਾ, ਜਿਹੜਾ ਅਸੀਂ BBC ਪੰਜਾਬ ਦੇ ਮਾਧਿਅਮ ਰਾਹੀਂ ਲੋਕਾਂ ਤੱਕ, ਆਵਾਮ ਤੱਕ ਪਹੁੰਚਾਵਾਂਗੇ। ਸੋ ਡਾਕਟਰ ਰੀਤੂ ਕੁਮਰਾ ਜੀ, ਤੁਹਾਡਾ ਸਵਾਗਤ ਹੈ ਜੀ BBC ਪੰਜਾਬ ਤੇ। हाँ जी, नमस्कार जी। I'm Dr. Ritu Kumra and my qualification is MPhil PhD in economics, as well as I have done B.Ed also, and just now I have completed my masters in English. I'm working as an English mistress in Government Girls Senior Secondary Smart School, Railway Mandi, Hoshiarpur. ਜੀ, ਮੈਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਐਜੂਕੇਸ਼ਨ ਬਾਰੇ ਦੱਸਿਆ ਸਾਡੇ ਦਰਸ਼ਕਾਂ ਨੂੰ, ਤੇ ਤੁਸੀਂ ਇੱਕ ਬੁੱਕ ਲਿਖੀ ਹੈ ਆਰਸੈਟੀ। ਯੈਸ ਸਰ। ਆਰਸੈਟੀ ਇੱਕ ਜਿਹੜਾ ਪੰਜਾਬ ਨੈਸ਼ਨਲ ਬੈਂਕ, ਭਾਰਤ ਦਾ ਇੱਕ ਬਹੁਤ ਵੱਡਾ ਅਦਾਰਾ ਆ ਪੰਜਾਬ ਨੈਸ਼ਨਲ ਬੈਂਕ, ਉਹਦੇ ਨਾਲ ਜਿਹੜਾ ਅੰਤਰਗਤ ਚੱਲਦਾ ਹੈ। ਇਹ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਆਰਸੈਟੀ ਦਾ ਫੁੱਲ ਫਾਰਮ ਮਤਲਬ ਕੀ ਹੈ? ਹਾਂਜੀ, ਸੋ ਫਸਟ ਆਫ ਆਲ ਆਈ ਜਸਟ ਵਾਂਟ ਟੂ ਸ਼ੋ ਦਿਸ ਬੁੱਕ. This is my first book I have written, Rural Self-Employment Training ਪੰਜਾਬੀ Institute. ਜੀ ਹਾਂਜੀ, ਇਹਦੀ ਫੁੱਲ ਫਾਰਮ ਹੈ ਰੂਰਲ ਸੈਲਫ ਇੰਪਲੋਇਮੈਂਟ ਟ੍ਰੇਨਿੰਗ ਇੰਸਟੀਟਿਊਟ, ਔਰ ਮੇਰੀ ਬੁੱਕ ਦਾ ਨਾਮ ਹੈ ਰੋਲ ਆਫ ਰੂਰਲ ਸੈਲਫ ਇੰਪਲੋਇਮੈਂਟ ਟ੍ਰੇਨਿੰਗ ਇੰਸਟੀਟਿਊਟਸ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ। ਐਕਚੁਅਲੀ ਮੈਂ ਜਦੋਂ PhD ਕਰਦੀ ਸੀਗੀ, ਐਟ ਦੈਟ ਟਾਈਮ ਮੈਨੂੰ ਸੀਗਾ ਕਿ ਕੁਝ ਮੈਂ ਸਕਿੱਲ ਡਿਵੈਲਪਮੈਂਟ 'ਤੇ ਹੀ ਆਪਣਾ ਕੋਈ ਰਿਸਰਚ ਟੌਪਿਕ ਲੈਵਾਂ। ਸੋ ਰਿਸਰਚ ਕਰਦੇ ਮੈਨੂੰ ਸਕਿੱਲ ਡਿਵੈਲਪਮੈਂਟ ਦੇ ਇਸ ਲਈ ਸੀ ਬਿਕੋਜ਼ ਵੀ ਨੋ ਡੈਟ ਕਿ ਅਨਇੰਪਲੋਇਮੈਂਟ ਜਿਹੜਾ ਰੇਟ ਹੈਗਾ ਹੈ ਉਹ ਪ੍ਰਸਿਸਟੈਂਟਲੀ ਇਕੋਨਮੀ ਦੇ ਵਿੱਚ ਐਗਜ਼ਿਸਟ ਕਰਦਾ ਹੈਗਾ। ਅਗਰ ਅਸੀਂ 3-4 ਡਿਕੇਡ ਵੀ ਪਿਛਲੇ ਚੱਲੀਏ ਤਾਂ ਵੀ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਸਟਿਲ 6 to 7% ਉਹ ਰਹਿੰਦਾ ਹੈਗਾ ਇਕੋਨਮੀ ਦੇ ਵਿੱਚ, ਬਿਕੋਜ਼ ਇਟਸ ਨਾਟ ਪੋਸੀਬਲ ਕਿ ਈਚ ਐਂਡ ਐਵਰੀ ਪਰਸਨ ਵਿਲ ਗੈਟ ਅ ਗਵਰਨਮੈਂਟ ਜੋਬ ਔਰ ਐਨੀ ਅਦਰ ਟਾਈਪ ਆਫ ਜੋਬ। ਸੋ ਸੈਲਫ ਇੰਪਲੋਇਮੈਂਟ ਜਿਹੜੀ ਹੈਗੀ ਹੈ ਉਹ ਬਹੁਤ ਇੰਪੋਰਟੈਂਟ ਹੈਗੀ ਹੈ, ਸਪੈਸ਼ਲੀ ਜਿਹੜੇ ਸਾਡੇ ਯੰਗ ਹੈਗੇ ਯੂਥ ਹੈ, ਉਹਨਾਂ ਨੂੰ ਸੈਲਫ ਇੰਪਲੋਇਮੈਂਟ ਵੱਲ ਮੋਟੀਵੇਟ ਕਰਨ ਲਈ ਜਿਹੜੇ ਗਵਰਨਮੈਂਟ ਇੰਨੇ ਉਪਰਾਲੇ ਕਰਦੀ ਪਈ ਹੈਗੀ ਹੈ, ਤੇ ਉਹ ਮੈਂ ਅੱਗੇ ਲਿਆਉਣਾ ਚਾਹੁੰਦੀ ਸੀ। ਬਿਕੋਜ਼ ਗਵਰਨਮੈਂਟ ਨੇ ਜਿਹੜਾ ਹੈ ਸਕਿੱਲ ਡਿਵੈਲਪਮੈਂਟ ਪੋਲਿਸੀ ਵੀ ਇੱਕ ਮਿਨਿਸਟਰੀ ਵੀ ਸਪੈਸ਼ਲੀ ਬਣਾਈ ਹੈਗੀ ਹੈ। ਸੋ ਦੈਟਸ ਵਾਈ ਆਈ ਹੈਵ ਟੇਕਨ ਦਿਸ ਟੋਪਿਕ ਐਜ਼ ਇਨ ਮਾਈ PhD, ਤੇ ਮੈਂ ਪੂਰਾ ਥੀਸਿਸ ਇੱਕ PhD ਦਾ ਲਿਖਿਆ ਇਹਦੇ ਉੱਪਰ ਹੀ, ਆਰਸੈਟਿਸ ਦੇ ਉੱਪਰ। ਤੇ ਬਟ ਇਟ ਵਾਜ਼ ਵੈਰੀ ਬਲਕੀ, ਇਟ ਵਾਜ਼ ਨਾਟ ਪੋਸੀਬਲ ਕਿ ਜੋ ਇਨਫੋਰਮੇਸ਼ਨ ਮੈਂ ਕਲੈਕਟ ਕੀਤੀ ਹੈਗੀ ਹੈ ਜਾਂ ਜੋ ਰਿਸਰਚ ਵਰਕ ਮੈਂ ਕੀਤਾ ਹੈਗਾ ਉਹ ਈਚ ਐਂਡ ਐਵਰੀਥਿੰਗ ਸਾਰੇ ਲੋਕਾਂ ਤੱਕ ਪਹੁੰਚ ਸਕੇ। ਇਸ ਲਈ ਮੈਂ ਉਹਨੂੰ ਸਿੰਥੇਸਾਈਜ਼ ਕਰਕੇ ਇੱਕ ਸਬਜੈਕਟ ਮਤਲਬ ਆਰਸੈਟੀ ਦੇ ਉੱਪਰ ਹੀ ਉਹਨੂੰ ਸਿੰਥੇਸਾਈਜ਼ ਕਰਕੇ ਇੱਕ ਬੁੱਕ ਦੀ ਫਾਰਮ ਦੇ ਵਿੱਚ ਉਹਨੂੰ ਦੇ ਦਿੱਤਾ, ਔਰ ਐਵਰੀਥਿੰਗ ਜਿਹੜਾ ਡਾਟਾ ਕਲੈਕਟ ਕੀਤਾ ਸੀ ਉਹਦੇ ਬੇਸਿਸ 'ਤੇ ਮੈਂ ਕੀ ਸੁਜੈਸ਼ਨਸ ਹੈਗੇ ਆਰਸੈਟੀ ਇੰਸਟੀਟਿਊਟਸ ਨੂੰ, ਐਜ਼ ਵੈਲ ਐਜ਼ ਗਵਰਨਮੈਂਟ ਆਫ ਇੰਡੀਆ, ਬਿਕੋਜ਼ ਜਿਹੜੇ ਸਟੇਕ ਹੋਲਡਰਸ ਹੈਗੇ ਹੈ ਉਹ ਬੈਂਕਸ ਹੈਗੇ ਹੈ, ਪਲੱਸ ਗਵਰਨਮੈਂਟ ਆਫ ਇੰਡੀਆ ਵੀ ਹੈਗੀ ਇਹਦੇ ਵਿੱਚ ਇਨਵੋਲਵ, ਐਂਡ ਪਲੱਸ ਸਟੇਟ ਗਵਰਨਮੈਂਟਸ ਵੀ ਇਨਵੋਲਵ ਹੈਗੀਆਂ। ਬਿਕੋਜ਼ ਆ ਜਿਹੜੀ ਆਰਸੈਟੀ ਹੈਗੀ ਆ, ਆ ਇੱਕ ਰੈਪਲੀਕੇਬਲ ਮਾਡਲ ਹੈਗਾ ਰੂਟਸੈਟੀ ਦਾ। ਰੂਟਸੈਟੀ ਇਟ ਵਾਜ਼ ਸਟਾਰਟਡ ਇਨ 1982 ਦੇ ਵਿੱਚ ਆ ਸਟਾਰਟ ਹੋਈ ਸੀਗੀ। ਐਟ ਦੈਟ ਟਾਈਮ ਐਕਚੁਅਲੀ ਇੱਕ ਸਟੇਟ ਦੇ ਵਿੱਚ ਇੱਕ ਪਾਇਲਟ, ਕਰਨਾਟਕਾ ਸਟੇਟ ਦੇ ਵਿੱਚ ਮਿਸਟਰ ਵਰਿੰਦਰ ਹੇਗੜੇ, ਉਹਨਾਂ ਨੇ ਇੱਕ ਪਾਇਲਟ ਮਤਲਬ ਸਕਿੱਲ ਡਿਵੈਲਪਮੈਂਟ ਦਾ ਇੰਸਟੀਟਿਊਟ ਖੋਲ੍ਹਿਆ ਸੀ ਕਿ ਪਤਾ ਲੱਗੇ ਕਿ ਆ ਇੰਸਟੀਟਿਊਟਸ ਵੈਦਰ ਦੇ ਆਰ ਹੈਲਪਫੁਲ ਇਨ ਪ੍ਰੋਵਾਈਡਿੰਗ ਦ ਇੰਪਲੋਇਮੈਂਟ ਅਪਰਚੁਨਿਟੀਜ਼ ਟੂ ਦ ਯੰਗ ਪੀਪਲ ਔਰ ਨਾਟ ਇਨ ਕਰਨਾਟਕਾ ਸਟੇਟ। ਸੋ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਸੋਚਿਆ ਕਿ ਬਾਕੀ ਜਿਹੜੀਆਂ ਸਟੇਟਸ ਹੈਗੀਆਂ, ਬਿਕੋਜ਼ ਉੱਥੇ ਜਿਹੜੇ ਇਹਦੇ ਰਿਜ਼ਲਟ ਸੀਗੇ ਬਹੁਤ ਹੀ ਅੱਛੇ ਨਿਕਲੇ, ਤੇ ਉਸ ਤੋਂ ਬਾਅਦ ਇਸ ਲਈ ਗਵਰਨਮੈਂਟ ਆਫ ਇੰਡੀਆ ਨੇ ਸੋਚਿਆ ਕਿ ਹਰ ਸਟੇਟ ਦੇ ਵਿੱਚ ਇੱਕ ਰੂਟਸੈਟੀ ਜਿਹੜੇ ਹੈ, ਰੂਟਸੈਟੀ ਸਟੈਂਡਸ ਫॉर ਰੂਰਲ ਡਿਵੈਲਪਮੈਂਟ ਐਂਡ ਸੈਲਫ ਇੰਪਲੋਇਮੈਂਟ ਟ੍ਰੇਨਿੰਗ ਇੰਸਟੀਟਿਊਟ, ਤੇ ਉਹ ਵੀ ਖੋਲ੍ਹੇ ਜਾਣ। ਬਟ ਫਿਰ ਉਹ ਪ੍ਰੋਬਲਮ ਹੋਈ ਸੀ, ਜਿੱਦਾਂ ਇੱਥੇ ਪੰਜਾਬ ਦੇ ਵਿੱਚ ਵੀ, ਸਾਡੀ ਪੰਜਾਬ ਸਟੇਟ ਦੇ ਵਿੱਚ ਵੀ ਰੂਟਸੈਟੀ ਜਿਹੜਾ ਹੈਗਾ ਉਹ ਖੋਲ੍ਹਿਆ ਗਿਆ ਇਨ 2000,
ਜਲੰਧਰ ਡਿਸਟ੍ਰਿਕਟ ਦੇ ਵਿੱਚ ਰੂਟ ਸੈਟੀ ਅੱਜ ਵੀ ਕੰਮ ਕਰਦਾ ਪਿਆ ਹੈਗਾ। ਬਟ ਪ੍ਰੋਬਲਮ ਹੋਈ ਸੀ ਕਿ ਕਿੱਦਾਂ ਸਾਰੇ ਹਾਊ ਇਟ ਇਜ਼ ਪੋਸੀਬਲ, ਬਿਕੋਜ਼ ਇੱਕ ਜਿਹੜੀ ਸਟੇਟ ਹੈਗੀ ਹੈ ਉਹਦੇ ਵਿੱਚ ਇੰਨਾ ਸਕੇਲੇਬਿਲਿਟੀ ਜਿਹੜੀ ਹੈਗੀ ਹੈ, ਇੰਨੀ ਦੂਰ ਦੂਰ ਏਰੀਆ ਹੈਗਾ, ਕਿੱਦਾਂ ਹਰ ਕੋਈ ਪਰਸਨ ਜਿਹੜਾ ਹੈਗਾ ਉਹ ਹਰ ਡਿਸਟ੍ਰਿਕਟ ਦੇ ਵਿੱਚੋਂ ਆ ਕੇ ਉਹ ਇੱਕ ਪਾਰਟੀਕੂਲਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈ ਟ੍ਰੇਨਿੰਗ ਲੈ ਸਕੇ। ਬਿਕੋਜ਼ ਆ ਜਿਹੜੀ ਟ੍ਰੇਨਿੰਗ ਹੈਗੀ ਆ 18 to 45 ਇਅਰਸ ਆਫ ਏਜ ਗਰੁੱਪ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈਗੀ ਹੈ। ਤੇ ਏਜ 45 ਇਅਰਸ ਤੱਕ ਇੱਕ ਫੈਮਿਲੀ ਵੀ ਹੁੰਦੀ ਹੈ, ਸਪੈਸ਼ਲੀ ਅਗਰ ਗਰਲਸ ਹੈਗੇ, ਵੂਮਨ ਹੈਗੇ, ਉਹਨਾਂ ਨੂੰ ਕਾਫੀ ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਹੈਗੀਆਂ। ਹਾਊ ਇਟਸ ਪੋਸੀਬਲ ਕਿ ਉਹ ਇੱਕ ਡਿਸਟ੍ਰਿਕਟ ਦੇ ਵਿੱਚ, ਪਾਰਟੀਕੂਲਰ ਡਿਸਟ੍ਰਿਕਟ ਦੇ ਵਿੱਚ ਆ ਕੇ ਟ੍ਰੇਨਿੰਗ ਲੈ ਸਕਣ। ਇਸੇ ਲਈ ਗਵਰਨਮੈਂਟ ਨੇ ਫਿਰ ਕੀ ਸੋਚਿਆ ਕਿ RCET ਇੰਸਟੀਟਿਊਟ ਬਣਾ ਦਿੱਤੇ ਜਾਣ ਇਨ ਈਚ ਐਂਡ ਐਵਰੀ ਡਿਸਟ੍ਰਿਕਟ ਆਫ ਦ particular state, like ਪੰਜਾਬ ਦੇ ਵਿੱਚ 22 ਹੈਗੀਆਂ ਡਿਸਟ੍ਰਿਕਟਸ, but still 17 RCETs they are existing in Punjab state। ਸੋ ਇਸ ਤਰ੍ਹਾਂ ਜਿਹੜਾ ਹੈ ਕੰਮ ਉਹ RCET ਦਾ ਹੈਗਾ। ਜਿਹੜੇ ਰੋਪੜ ਡਿਸਟ੍ਰਿਕਟ ਹੈ ਉੱਥੇ ਯੂਕੋ ਬੈਂਕ ਹੈ, ਮੋਗਾ ਡਿਸਟ੍ਰਿਕਟ ਦੇ ਵਿੱਚ ਕੋਈ ਸਿੰਡੀਕੇਟ ਬੈਂਕ ਹੈ, ਐਂਡ ਸੋ ਔਨ। ਡਿਫਰੈਂਟ ਬੈਂਕਸ ਜਿਹੜੇ ਹੈਗੇ ਆ ਉਹ RCET ਦੇ ਵਿੱਚ ਟ੍ਰੇਨਿੰਗ ਦਿੰਦੇ ਹੈਗੇ ਆ। ਔਰ ਉਸ ਤੋਂ ਬਾਅਦ ਜਿਹੜੇ ਲੋਕ ਟ੍ਰੇਨਿੰਗ ਇੱਥੋਂ ਲੈ ਕੇ ਜਾਂਦੇ, ਜਿਹੜੇ ਚਾਹੇ ਉਹ ਯੰਗ ਪੀਪਲ ਹੈਗੇ ਆ ਜਾਂ ਮਿਡਲ ਏਜ ਗਰੁੱਪ ਹੈਗੇ ਆ, ਉਸ ਤੋਂ ਬਾਅਦ ਉਹਨਾਂ ਨੂੰ ਇੱਕ ਲੋਨ ਵੀ ਪ੍ਰੋਵਾਈਡ ਕੀਤਾ ਜਾਂਦਾ ਹੈਗਾ, ਸੋ ਦੈਟ ਦੇ ਕੈਨ ਸਟਾਰਟ ਦੇਅਰ ਓਨ ਐਂਟਰਪ੍ਰਾਈਜ਼। ਸੋ this means ਕਿ ਜਿਹੜੇ RCET ਹੈਗੀ they are playing a very vital role in developing the entrepreneurial culture in our country। ਦੋਸਤੋ, ਡਾਕਟਰ ਰਿਤੂ ਕੁਮਰਾ ਜੀ ਅਕਸਰ ਲੜਕੀਆਂ ਜਿਹੜੀਆਂ ਆ, ਮੈਂ ਕੋਸ਼ਿਸ਼ ਕਰਦਾ ਉਹਨੂੰ ਐਕਸਪਲੇਨ ਕਰਦੇ, ਲੜਕੀਆਂ ਨੂੰ ਲੱਗਦਾ ਜਿਵੇਂ ਉਹ ਐਜੂਕੇਟਡ ਹੁੰਦੀਆਂ ਜ਼ਿਆਦਾਤਰ, ਕਿਉਂਕਿ ਸਾਡੇ ਦੇਸ਼ ਦੇ ਵੀ ਜਿਹੜਾ ਪੱਛਮੀ ਪ੍ਰਭਾਵ ਜਿਹੜਾ ਚੱਲਦੇ ਆ। ਮੈਂ ਕੋਸ਼ਿਸ਼ ਕੀਤੀ ਸੀ ਵੀ BBC ਪੰਜਾਬ ਦੇ ਆਪਾਂ ਮਦਰ ਲੈਂਗੁਏਜ ਜਿਹੜੀ ਪੰਜਾਬੀ, ਕਿਉਂਕਿ ਪੰਜਾਬ ਦੀ ਸਰਕਾਰ ਵੀ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਦਾ ਲੈਂਗੁਏਜ ਲਾ ਕੇ ਉਹਨੂੰ ਮਾਤ ਬੋਲੀ ਦੀ ਜਿਹੜੀ ਆ ਉਹਨੂੰ ਪ੍ਰਭਾਵਿਤ ਕਰਦੀ ਹੈ, ਅਤੇ ਤਾਂ ਕਿ ਫਿਰ ਲੋਕਾਂ ਦੇ ਵਿੱਚ ਪੰਜਾਬੀ ਜਾਵੇ। ਸੋ ਡਾਕਟਰ ਰਿਤੂ ਕੁਮਰਾ ਜਿਹੜੇ ਆ ਵੈਲ ਐਜੂਕੇਟਡ ਨੇ, ਉਹਨਾਂ ਨੇ ਦੱਸਿਆ ਆਪਣੀ ਐਜੂਕੇਸ਼ਨ ਬਾਰੇ ਔਰ RCET ਬਾਰੇ ਵੀ ਦੱਸਿਆ। ਜਿਹੜੀ RCET ਆ 1982 ਦੇ ਵਿੱਚ ਵਰਿੰਦਰ ਹੈਗੜੇ ਬਾਰੇ ਜਿਹੜੇ ਉਹਨਾਂ ਨੇ ਲਿਖੀ ਸੀ, ਬਣਾਈ ਸੀ, ਜਿਹਦੇ ਉਹ ਤੋਂ ਪ੍ਰਭਾਵਿਤ ਹੋ ਕੇ ਜਾਂ ਉਹਨਾਂ ਨੇ ਕਿਵੇਂ ਇਹ RCET ਬਾਰੇ ਲਿਖਿਆ। ਮੈਂ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ, ਜਦ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ RCET ਦੀ ਬੁੱਕ ਲਿਖੀ ਹੈ ਇਹਨਾਂ ਨੇ। ਕੋਈ RCET ਜਾਂ PNB ਦੇ ਵਰਕਰ ਜਾਂ ਕਰਮਚਾਰੀ ਜਾਂ ਅਧਿਕਾਰੀ ਨਹੀਂ ਹੈ, ਸਿਰਫ ਤੇ ਸਿਰਫ RCET ਬਾਰੇ ਪੂਰੀ ਨੌਲੇਜ ਰੱਖਦੇ ਆ। ਔਰ ਇਹਨਾਂ ਦੇ ਮਨ ਦੇ ਵਿੱਚ ਇੱਕ ਜਜ਼ਬਾ ਸੀਗਾ ਵੀ ਸਾਡੇ ਨੌਜਵਾਨ ਜਿਹੜੇ ਆ ਪਿਛਲੇ ਕਾਫੀ ਸਮੇਂ ਤੋਂ ਬੇਰੁਜ਼ਗਾਰ ਆ, ਉਹਨਾਂ ਨੂੰ ਕੋਈ ਜਿਹੜੀ ਸਕਿੱਲ ਡਿਵੈਲਪਮੈਂਟ ਦਾ ਕਿਤੇ ਨਾ ਕਿਤੇ ਕੋਈ ਸੋਰਸ ਨਹੀਂ ਹੈ। ਸੋ ਇਹਨਾਂ ਨੇ ਲਿਖੀ ਆ, ਅਤੇ ਆਪਾਂ ਇਹਨਾਂ ਨੂੰ ਇਹ ਵੀ ਕੋਸ਼ਿਸ਼ ਕਰਾਂਗੇ ਇਸ ਗੁਫ਼ਤਗੂ ਦੇ ਦੌਰਾਨ ਵੀ ਜਿਹੜੀ ਇਹਨਾਂ ਨੇ ਬੁੱਕ ਅੰਗਰੇਜ਼ੀ ਦੇ ਵਿੱਚ ਲਿਖੀ ਹੈ ਔਰ ਅੰਗਰੇਜ਼ੀ ਦੇ ਵਿੱਚ ਹੀ ਗੱਲ ਕਰਦੇ ਆ, ਉਹਨੂੰ ਪੰਜਾਬੀ 'ਚ ਤਰਜਮਾ ਕਰਨ, ਤਾਂ ਕਿ ਜਿਹੜੇ ਸਾਡੇ ਬਹੁਤ ਸਾਰੇ ਲੋਕ ਆ BA MA ਜਾਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਇੰਗਲਿਸ਼ 'ਤੇ ਬਹੁਤ ਪਕੜ ਨਹੀਂ ਹੈ ਪਰ ਉਹ ਰੋਜ਼ਗਾਰ ਚਾਹੁੰਦੇ ਆ, ਉਹ ਇਹ ਉਹਨਾਂ ਦੀ ਜਿਹੜਾ ਮੈਸੇਜ ਆ ਉਹ ਪੰਜਾਬੀ ਦੇ ਵਿੱਚ ਮਦਰ ਲੈਂਗੁਏਜ ਹਿੰਦੀ 'ਚ ਵੀ ਜਾਵੇ ਤਾਂ ਉਹ ਜ਼ਿਆਦਾ ਬੈਟਰ। ਔਰ ਇਹਨਾਂ ਦੀ ਕਿਤਾਬ ਨੂੰ, ਜਿਹਨਾਂ ਵੱਲੋਂ ਲਿਖੀ ਕਿਤਾਬ ਨੂੰ ਕਾਫੀ ਹੁੰਗਾਰਾ ਥਰੂ ਆਊਟ ਇੰਡੀਆ ਦੇ ਨਾਲ ਨਾਲ ਬਾਹਰ ਵੀ ਜਲ ਮਿਲੂਗੇ ਜਿਹੜੇ ਲੋਕ ਇਸ ਕਿਤਾਬ ਤੱਕ ਅਪਰੋਚ। ਡਾਕਟਰ ਰਿਤੂ ਕੁਮਰਾ ਜੀ, ਜਿਵੇਂ ਤੁਸੀਂ RCET ਬਾਰੇ ਬੜੇ ਤਫਸੀਲ ਨਾਲ ਦੱਸਿਆ, ਤੁਸੀਂ ਇੱਕ ਪ੍ਰੋਫੈਸ਼ਨਲ ਕੀ ਕੰਮ ਕਰਦੇ? I am working as an English mistress। ਮੈਂ ਇੰਗਲਿਸ਼ ਮਿਸਟਰੈਸ, ਇੱਕ ਇੰਗਲਿਸ਼ ਟੀਚਰ ਦਾ ਕੰਮ ਕਰਦੀ ਪਈ ਹੈਗੀ ਹਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿੱਚ। ਦੋਸਤੋ, ਗੱਲ ਹੋਈ ਆਈ ਵੀ ਗਵਰਨਮੈਂਟ EMPLOYE ਨੇ, ਨਾ ਕਿ RCET ਦੇ ਟੀਚਿੰਗ ਲਾਈਨ ਦੇ ਵਿੱਚ ਟੀਚਰ ਨੇ, ਇੰਗਲਿਸ਼ ਦੇ ਟੀਚਰ ਨੇ। ਸੋ RCET ਬਾਰੇ ਜਿਹੜਾ ਤੁਸੀਂ ਲਿਖਿਆ, ਡਾਕਟਰ ਵਰਿੰਦਰ ਹੈਗੜੇ ਦਾ ਜਿਹੜਾ ਤੁਸੀਂ ਦੱਸਿਆ, ਉਹਨਾਂ 1982 ਉਹਨਾਂ ਤੋਂ ਉਹਨਾਂ ਤੋਂ ਹੋ ਸਕਦਾ ਤੁਹਾਡੇ ਮੋਟੋ ਵੀ ਜਿਹੜਾ ਉਦੇਸ਼ ਵੀ ਤੁਹਾਡਾ ਉਹੀ ਰਹੇ ਹੋਣਗੇ, ਤੁਸੀਂ ਉਹਨਾਂ ਨੂੰ ਕਰਕੇ ਲਿਖਿਆ ਵੀ RCET ਬਾਰੇ ਦੱਸਿਆ। ਤੇ ਹੁਣ ਅਸੀਂ ਜਿਹੜੀ ਜਿਵੇਂ ਮੈਂ ਗੱਲ ਕੀਤੀ ਹੈ ਵੀ ਤੁਸੀਂ ਇਸ ਡਿਪਾਰਟਮੈਂਟ ਦੇ ਨਹੀਂ ਹੋ, ਪਰ ਇਹਦੇ ਵਿੱਚ ਲੋਕਾਂ ਦੀ ਜਿਹੜੀ ਟੋਬੀ ਵਾਲਾ ਉਦੇਸ਼ ਵੀ ਤੁਹਾਡਾ ਉਹੀ ਰਹੇ ਹੋਣਗੇ, ਤੁਸੀਂ ਉਹਨਾਂ ਨੂੰ ਕਰਕੇ ਲਿਖਿਆ ਵੀ RCET ਬਾਰੇ ਦੱਸਿਆ। ਤੇ ਹੁਣ ਅਸੀਂ ਜਿਹੜੀ ਜਿਵੇਂ ਮੈਂ ਗੱਲ ਕੀਤੀ ਹੈ ਵੀ ਤੁਸੀਂ ਇਸ ਡਿਪਾਰਟਮੈਂਟ ਦੇ ਨਹੀਂ ਹੋ, ਪਰ ਇਹਦੇ ਵਿੱਚ ਲੋਕਾਂ ਦੀ ਜਿਹੜੀ ਆ ਨੌਜਵਾਨਾਂ ਦੀ ਜਿਹੜੀ ਚਿੰਤਾ ਕੀਤੀ ਹੈ, ਚਿੰਤਨ ਕੀਤਾ, ਉਹਦੇ ਬਾਰੇ ਲਿਖੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੀ ਪਲੈਨਿੰਗ ਹੈ ਵੀ ਇਸ ਬੁੱਕ ਨੂੰ ਵੀ ਹਿੰਦੀ ਔਰ ਪੰਜਾਬੀ ਦੇ ਵਿੱਚ ਕਰਨ ਦਾ ਤੁਹਾਡੀ ਕੀ ਪਲੈਨਿੰਗ ਹੈ? ਹਾਂਜੀ, ਸ਼ੋਰ ਮੈਂ ਇਹਨੂੰ ਟਰਾਂਸਲੇਟ ਕਰੂੰਗੀ। ਹਾਂਜੀ, ਬਿਕਾਜ਼ ਮੇਰੀ ਇੰਨੀ ਪਕੜ ਨਹੀਂ ਹੈਗੀ ਪੰਜਾਬੀ ਜਾਂ ਹਿੰਦੀ ਦੇ ਵਿੱਚ, ਬਟ ਸਟਿਲ ਮੈਂ ਇਹਨੂੰ ਟਰਾਂਸਲੇਟ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਨ 1 month or 2 ਆਈ ਵਿਲ ਡੈਫੀਨੇਟਲੀ ਮੈਂ ਇਹਨੂੰ ਕਨਵਰਟ ਕਰੂੰਗੀ ਇਟ ਵਿਲ ਬੀ ਟਰਾਂਸਲੇਟਡ ਇਨ ਹਿੰਦੀ ਔਰ ਪੰਜਾਬੀ। ਤੁਹਾਨੂੰ ਇਹ ਲੱਗ ਰਿਹਾ ਵੀ ਇਹ ਤੁਹਾਡੀ ਇਸ ਇੰਗਲਿਸ਼ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਤੁਸੀਂ ਇੰਗਲਿਸ਼ ਦੇ ਵਿੱਚ ਕਰਦੇ ਹੋ,
Actually ਪਰ ਮੈਂ- ਜਿਹੜੀ ਹਿੰਦੀ ਪੰਜਾਬੀ ਤੇ ਤੁਹਾਨੂੰ ਇਹ ਇਸ ਚੀਜ਼ ਦਾ ਲੱਗ ਰਿਹਾ ਵੀ ਹਿੰਦੀ ਔਰ ਪੰਜਾਬੀ ਦੇ ਵਿੱਚ ਤੁਹਾਡੀ ਬੁੱਕ ਨੂੰ ਜ਼ਿਆਦਾ ਪੰਜਾਬ ਔਰ ਭਾਰਤ ਦੇ ਹੋਰ ਦੇਸ਼ਾਂ ਦੇ ਵਿੱਚ ਜ਼ਿਆਦਾ ਹੁੰਗਾਰਾ ਮਿਲ ਰਿਹਾ। ਹਾਂਜੀ, ਪੰਜਾਬੀ ਦੇ ਵਿੱਚ ਡੈਫੀਨੇਟਲੀ, ਬਿਕੋਜ਼ ਵੀ ਆਰ ਲਿਵਿੰਗ ਇਨ ਪੰਜਾਬ ਓਨਲੀ, ਤੋ ਪੰਜਾਬੀ ਦੇ ਵਿੱਚ ਅਗਰ ਹੋਊਗੀ ਤਾਂ ਕੋਈ ਵੀ ਇਹਨੂੰ ਪੜ੍ਹ ਸਕਦਾ, ਜ਼ਰੂਰੀ ਨਹੀਂ ਹੈਗਾ ਕਿ ਹਿੰਦੀ ਦੇ ਵਿੱਚ ਵੀ ਹਾਂਜੀ, ਹਿੰਦੀ ਦੇ ਵਿੱਚ ਵੀ। ਡਾਕਟਰ ਰੀਤੂ ਕੁਮਰਾ ਜੀ, ਤੁਹਾਡੀ ਹਾਂਜੀ। ਜਿਹੜੀ ਗੁਫ਼ਤਗੂ ਆ ਬਹੁਤ ਵਧੀਆ, ਬਹੁਤ ਪ੍ਰਭਾਵਸ਼ਾਲੀ, ਅਸੀਂ ਨਿਰੰਤਰ ਇਹਨੂੰ ਜਾਰੀ ਰੱਖਾਂਗੇ। ਪਰ ਜਿੱਥੇ ਹਾਂਜੀ। ਅਸੀਂ ਇਸ ਚੀਜ਼ ਦਾ ਤੁਹਾਡੇ ਤੇ ਇਹ ਗੱਲ ਤਾਂ ਕਰ ਰਹੇ ਹਾਂ ਵੀ ਬਹੁਤ ਸਾਰੇ ਲੋਕ ਆ ਜਿਹੜੇ ਹਾਇਰ ਐਜੂਕੇਟਡ ਹੁੰਦੇ ਆ, ਉਹਨਾਂ ਨੂੰ ਹਾਂਜੀ, ਆਰਸੈਟੀ ਦੀ ਲੋੜ ਨਹੀਂ ਹੈ। ਹਾਂਜੀ ਹਾਂਜੀ ਆਰਸੈਟੀ ਜਿਹੜੀ ਹੈ ਉਹਦੇ ਵਿੱਚ ਜਿਹੜਾ ਐਮਏ ਜਾਂ ਪੀਐਚਡੀ ਕਰ ਗਿਆ, ਉਹਨਾਂ ਨੂੰ ਆਪਣੇ ਆਪ ਹੀ ਜੌਬਸ ਉਹਨਾਂ ਦੇ ਆਪਣੇ ਲੈਵਲ ਦੇ, ਜਿਹੜੀ ਆਰਸੈਟੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹ ਸਕੋਪ ਹੋਊਗਾ। ਇਹ ਉਹ ਲੋਕ ਪੜ੍ਹਨਗੇ ਜਿਹੜੇ ਬੀਏ ਤੋਂ ਨੀਚੇ ਆ, ਜਾਂ ਹੋਰ ਹਾਂਜੀ। ਜਿਹੜੇ ਸਾਡੇ ਡੇਲੀ ਬੇਸਿਸ ਵਾਲੇ ਆ, ਜਾਂ ਹੋਰ ਜਿਹੜੇ ਆ, ਉਹਨਾਂ ਨੂੰ ਆਰਸੈਟੀ ਦੀ ਲੋੜ ਆ। ਸੋ ਉਹਨਾਂ ਤੱਕ ਤੁਹਾਡੀ ਆਵਾਜ਼, ਤੁਹਾਡੀ ਲੇਖਣੀ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਆ। ਹਾਂਜੀ, ਸੋ ਸਾਡੀ ਤੁਹਾਨੂੰ ਅਪੀਲ ਹੈ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਇਸ ਗੁਫ਼ਤਗੂ ਦੇ ਦੌਰਾਨ ਵੀ ਇਹਨੂੰ ਹਿੰਦੀ ਔਰ ਪੰਜਾਬੀ 'ਚ ਜ਼ਰੂਰ ਪਾਓ, ਹਾਂਜੀ। ਤਾਂ ਕਿ ਜਿਹੜੀ ਤੁਹਾਡੀ ਹੱਥ ਲਿਖਤਾ, ਤੁਹਾਡਾ ਸ਼ੌਕ ਆ ਲੋਕਾਂ ਦੀ, ਨੌਜਵਾਨਾਂ ਦੀ ਜਨਹਿਤ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦੇ ਵਾਸਤੇ ਤਾਂ ਤੁਹਾਡੀ ਉਹਨਾਂ ਤੱਕ ਪਹੁੰਚ ਗਈ। ਡਾਕਟਰ ਰੀਤੂ ਕੁਮਰਾ ਜੀ, ਤੁਸੀਂ ਸਾਨੂੰ ਆਰਸੈਟੀ ਬਾਰੇ ਜਿਵੇਂ ਤਫਸੀਲ ਦੇ ਨਾਲ ਦੱਸਿਆ, ਹਾਂਜੀ। ਇਹ ਕਿੰਨੀਆਂ ਬੁੱਕ ਤੁਸੀਂ ਹੁਣ ਤੱਕ ਹੋਰ ਕਿਸੇ ਜਿਹੜੀਆਂ ਸੰਸਥਾ ਦੇ ਨਾਲ ਰਿਲੇਟਡ ਲਿਖ ਚੁੱਕੇ ਹੋ? ਮੈਂ ਬੁੱਕਸ ਤਾਂ ਫਰਸਟ ਬੁੱਕ ਹੀ ਹੈਗੀ ਹੈ ਜਿਹੜੀ ਜੀ। ਮੈਂ ਲਿਖੀ ਹੈ, ਜੀ। ਬਟ ਮੈਂ ਫਰਦਰ ਇੱਕ ਵੂਮਨ ਐਂਟਰਪ੍ਰੀਨਿਓਰਸ ਤੇ ਵੀ ਬੁੱਕ ਲਿਖਦੀ ਪਈ ਹਾਂ, ਬਿਕਾਜ਼ ਮੈਂ ਐਮਫਿਲ ਦੇ ਵਿੱਚ ਜਿਹੜਾ ਮੇਰਾ ਟੌਪਿਕ ਸੀਗਾ ਉਹ ਵੂਮਨ ਐਂਟਰਪ੍ਰੀਨਿਓਰਸ ਸੀਗਾ। ਜੀ। ਤੇ ਹੁਣ ਮੈਂ ਜਿਹੜੀ ਫਰਦਰ ਬੁੱਕ ਲਿਖਣੀ ਹੈਗੀ ਹੈ, ਦੈਟ ਵਿਲ ਬੀ ਰਿਲੇਟਡ ਟੂ ਵੂਮਨ ਐਂਟਰਪ੍ਰੀਨਿਓਰਸ। ਇਸ ਤੋਂ ਇਲਾਵਾ ਮੈਂ ਥੋੜਾ ਪੋਇਮਸ ਵਗੈਰਾ ਵੀ ਇਨ ਇੰਗਲਿਸ਼ ਐਜ਼ ਵੈਲ ਐਜ਼ ਇਨ ਹਿੰਦੀ ਮੈਂ ਲਿਖਦੀ ਹੈਗੀ ਹਾਂ। ਬੁੱਕ ਹਲੇ ਤੱਕ ਮੈਂ ਫਰਸਟ ਹੀ ਪਬਲਿਸ਼ ਕਰਵਾਈ ਹੈਗੀ ਹੈ। ਚਲੋ, ਸੈਕਿੰਡ ਬੁੱਕ ਹਾਂਜੀ, ਸਾਡੀ ਹਾਂਜੀ। ਜਿਹੜੀ ਸਾਡੀਆਂ ਤੁਹਾਡਾ ਵਿਸ਼ੇਸ਼ ਹੈਗੀਆਂ, ਤੁਸੀਂ ਨੈਕਸਟ ਬੁੱਕ ਲਿਖੋ। ਹਾਂਜੀ। ਔਰ ਤੁਸੀਂ ਟੀਚਿੰਗ ਲਾਈਨ ਦੇ ਨਾਲ ਹਾਂਜੀ। ਤੁਸੀਂ ਇਹ ਜਿਹੜਾ ਲੇਖਣੀ ਦਾ ਕਾਰਜਸ਼ਾਲੀ ਸ਼ੁਰੂ ਕੀਤੀ ਹੈ, ਇਹ ਲੌਂਗ ਟਾਈਮ ਲਈ ਡਿਫਰੈਂਟ ਇਸ਼ੂਜ਼ ਤੇ ਜਿਹੜਾ ਤੁਸੀਂ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਹਾਂਜੀ। ਪੋਇਟ ਦੀ ਗੱਲ ਕੀਤੀ ਹੈ ਤੁਸੀਂ ਇਸ ਗੁਫ਼ਤਗੂ ਤੋਂ ਪਹਿਲਾਂ, ਤੁਸੀਂ ਪੋਇਮ ਦੀ ਗੱਲ ਕੀਤੀ ਹੈ ਵੀ ਤੁਸੀਂ ਗੱਲ ਬਟ ਸਟਿਲ 40 ਪਲੱਸ ਹੈਗੀ ਮੇਰੀ ਏਜ। ਤੇ ਫਰੋਮ 16 ਲਾਸਟ 16 ਇਅਰਸ ਮੈਂ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੇ ਵਿੱਚ ਕੰਮ ਕਰਦੀ ਪਈ ਹੈਗੀ ਹਾਂ। ਪਹਿਲਾਂ ਮੈਂ ਐਜ਼ ਅ ਪ੍ਰਾਇਮਰੀ ਟੀਚਰ ਸੀਗੀ, ਫਿਰ ਮੈਂ ਪ੍ਰਮੋਟ ਹੋ ਕੇ ਮਾਸਟਰ ਕੈਡਰੇ ਦੇ ਵਿੱਚ ਆਈ, ਟੀਜੀਟੀ ਟੀਚਰ, ਐਜ਼ ਐਨ ਇੰਗਲਿਸ਼ ਟੀਚਰ ਆਈ ਐਮ ਵਰਕਿੰਗ। ਡਾਕਟਰ ਰੀਤੂ ਜੀ ਕੁਮਰਾ ਜੀ, ਹਾਂਜੀ। ਮੈਂ ਤੁਹਾਡੀ ਗੁਫ਼ਤਗੂ ਵਿੱਚ ਏਜ ਪੁੱਛਣ ਦਾ, ਇਟਸ ਨਾਟ ਅ ਕੁਐਸਚਨ, ਇਹ ਏਜ ਪੁੱਛਣ ਦਾ ਮਤਲਬ ਇਹ ਸੀ ਜਿਹੜੇ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਵੀ ਇਸ ਏਜ ਦੇ ਵਿੱਚ ਇੱਥੇ ਇਹ ਹੈ, ਹਾਂਜੀ। ਅਸੀਂ ਨਹੀਂ ਜਸਟੀਫਾਈ ਕਰਨਾ ਵੀ ਏਜ ਕਿੰਨੀ ਆ, ਕਿਉਂਕਿ ਜਦੋਂ ਹਾਂਜੀ, ਤੁਸੀਂ ਆਪਣੀ ਹਾਂਜੀ। ਐਜੂਕੇਸ਼ਨ ਦੱਸਦੇ ਹੋ ਤੇ ਹਰ ਦਰਸ਼ਕ, ਹਰ ਜਿਹੜਾ ਸਾਡਾ ਸਰੋਤਾ ਹੈ ਉਹ ਹਾਂਜੀ। ਸਮਝਦਾ ਹੈ ਵੀ ਕਿੰਨੀ ਏਜ ਹੋਊਗੀ। ਪਰ ਜਿਹੜਾ ਤੁਸੀਂ ਇਹ ਟਾਰਗੇਟ ਅਚੀਵ ਕਰ ਜਿਹੜੀ ਬੁੱਕ ਲਿਖੀ ਆ, ਇਹਦੇ ਵਿੱਚ ਇਹ ਖਾਸ ਤੌਰ ਤੇ ਅਸੀਂ ਮੈਂਸ਼ਨ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਆ ਉਹਨਾਂ ਦਾ ਇੱਕ ਕਿੱਤਾ ਹੁੰਦਾ ਸਿਰਫ ਤੇ ਸਿਰਫ ਲਿਖਣਾ, ਬੁੱਕਸ ਹਾਂਜੀ, ਲਿਖਣੀ, ਹਾਂਜੀ, ਪੋਇਟ ਹਾਂਜੀ। ਲਿਖਣੀ, ਕਵਿਤਾਵਾਂ ਲਿਖਣੀਆਂ ਹਾਂਜੀ। ਜਾਂ ਹੋਰ ਕੁਝ ਲਿਖਣਾ, ਤੇ ਹਾਂਜੀ। ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪੂਰੀ ਇਮਾਨਦਾਰੀ ਨਾਲ, ਲਗਨ ਦੇ ਨਾਲ, ਤਨਦੇਹੀ ਦੇ ਨਾਲ ਟੀਚਿੰਗ ਕਰਦੇ ਹੋ, ਗਵਰਨਮੈਂਟ ਸਕੂਲ ਦੇ ਵਿੱਚ EMPLOYE ਹੋ, ਹਾਂਜੀ। ਔਰ ਨਾਲ ਤੁਸੀਂ ਬੁੱਕ ਲਿਖਦੇ ਹੋ, ਨਾਲ ਪੋਇਟ ਦਾ। ਇਸ ਕਰਕੇ ਸਾਨੂੰ ਇੱਥੇ ਦਰਿਆਫਤ ਕਰਨਾ, ਕਨਫਰਮ ਕਰਨਾ ਲੋਕਾਂ ਤੱਕ ਜ਼ਰੂਰੀ ਹੈ ਵੀ ਜਿਹੜੇ ਬੱਚੇ, ਜਿਵੇਂ ਮੈਂ ਸਟਾਰਟਿੰਗ ਇੰਟਰੋ 'ਚ ਗੱਲ ਕੀਤੀ ਸੀਗੀ ਵੀ ਲੜਕੀਆਂ ਨੂੰ ਹਮੇਸ਼ਾ ਪਿੱਛੇ ਦੇਖਿਆ ਜਾਂਦਾ, ਪਰ ਸਾਡੀਆਂ ਲੜਕੀਆਂ ਉਹ ਵੀ ਹੈ ਜਿਹੜੀਆਂ ਇਸ ਕੰਮ 'ਚ ਇੰਨੀ ਉਮਰ 'ਚ ਜਿਹੜਾ ਇੰਨਾ ਕੁਝ ਵੀ ਟਾਰਗੇਟ ਅਚੀਵ ਕਰਦੀਆਂ ਔਰ ਲੋਕਾਂ ਦੇ ਵਿੱਚ ਚਿੰਤਾ ਕਰਦੀਆਂ, ਆਪਣੇ ਪਰਿਵਾਰ ਦੇ ਨਾਲ, ਸਮਾਜ ਦੇ ਨਾਲ, ਹੋਰ ਦੇਸ਼ਾਂ ਦੇ ਜਿਹੜੀਆਂ ਲੋਕਾਂ ਦੇ ਨਾਲ, ਨੌਜਵਾਨਾਂ ਦੀ ਜਿਹੜੀ ਸਕਿੱਲ ਡਿਵੈਲਪਮੈਂਟ ਉਹਦੇ ਵਾਸਤੇ ਵੀ ਚਿੰਤਾ ਕਰਦੀਆਂ। ਸੋ ਇੱਥੇ ਮੇਰੇ ਸਵਾਲ ਦਾ ਇਹ ਹਾਂਜੀ। ਮਕਸਦ ਸੀਗਾ। ਹਾਂਜੀ। ਸੋ ਡਾਕਟਰ ਰੀਤੂ ਕੁਮਰਾ ਜੀ, ਤੁਸੀਂ ਹੋਰ ਸਾਡੇ ਦਰਸ਼ਕਾਂ ਨੂੰ, ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਤੁਸੀਂ ਨੈਕਸਟ ਬੁੱਕ ਲਿਖੋ ਜਾਂ ਪੋਇਟ ਲਿਖੋ ਜਾਂ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਹੋਰ ਤੁਸੀਂ ਆਰਸੈਟੀ ਜਾਂ ਆਪਣੇ ਲਾਈਫ ਬਾਰੇ ਤੇ ਇੱਕ ਜ਼ਰੂਰ ਮੈਂ ਚਾਹੂੰਗਾ, ਜਿਵੇਂ ਤੁਸੀਂ ਪੋਇਟ ਦੀ ਗੱਲ ਕੀਤੀ ਆ, ਹਾਂਜੀ। ਉਹ ਪੋਇਟ ਤੁਸੀਂ ਜ਼ਰੂਰ ਬੋਲ ਦਿਓ ਕਿਉਂਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਤਾ ਲੱਗੇ ਵੀ ਜਿਹੜੀ ਮੈਂ ਇੰਟਰੋ ਦੇ ਵਿੱਚ ਗੱਲ ਕੀਤੀ ਸੀ, ਇਹ ਲੜਕੀ ਇਹ ਡਿਜ਼ਰਵ ਕਰਦੀ ਹੈ ਵੀ ਇਹ ਜਿਹੜੇ ਕੰਮ ਉਹਦੇ ਵਿੱਚ ਪਰਪੱਕ ਆ। ਜੀ ਹਾਂਜੀ, ਮੈਂ ਇੱਕ ਇੰਗਲਿਸ਼ ਦੀ ਹੀ ਪੋਮ ਜਿਹੜੀ ਸਭ ਤੋਂ ਪਹਿਲਾਂ ਮੈਂ ਲਿਖੀ ਸੀਗੀ, ਨੋ ਮੈਟਰ, ਮੈਂ ਉਹੀ ਤੁਹਾਡੇ ਅੱਗੇ ਬੋਲਣਾ ਚਾਹੂੰਗੀ। ਜੀ ਜੀ ਬਿਲਕੁਲ, ਪਲੀਜ਼। No matter how far down you may be, no matter what had happened in the past, you are capable enough of molding your future very fast. The world will bombard you with lot of distractions, but you will deal them with lot of affections. Others will mock at you, barriers will knock at you, but your dreams and desires will make them real, not only for you but also in the world around you. That is your achievement, that is your destiny, and no matter who you are and what you are and what's your complexity. So this is an inspirational poem which is written by me, that you will feel so many distractions in your life, but still if you are having if you work consistently and if you are having some desires and dreams, then definitely you will achieve them. Thank you. ਬਹੁਤ ਬਹੁਤ ਧੰਨਵਾਦ ਡਾਕਟਰ ਰੀਤੂ ਕੁਮਰਾ ਜੀ। ਅਸੀਂ ਚਾਹਾਂਗੇ ਤੁਸੀਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਵਾਸਤੇ ਤੁਸੀਂ ਬੁੱਕ ਲਿਖੀ ਆ ਜਾਂ ਸਾਡੇ Feel so many distractions in your life, but still if you are having if you work consistently and if you are having some desires and dreams, then definitely you will achieve them. Thank you.
ਬਹੁਤ ਬਹੁਤ ਧੰਨਵਾਦ ਡਾਕਟਰ ਰਿਤੂ ਕੁਮਰਾ ਜੀ। ਅਸੀਂ ਚਾਹਾਂਗੇ ਤੁਸੀਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਵਾਸਤੇ ਤੁਸੀਂ ਬੁੱਕ ਲਿਖੀ ਆ ਜਾਂ ਸਾਡੇ ਸਮਾਜ ਦੇ ਵਿੱਚ ਨੌਜਵਾਨ ਨੌਕਰੀਆਂ ਲੱਭਦੇ ਆ ਉਹਨਾਂ ਲਈ ਤੇ ਆਉਣ ਵਾਲੇ ਸਮਾਜ ਦੇ ਵਿੱਚ ਬੱਚੇ ਜਿਹੜੇ ਆ ਉਹ ਪੜ੍ਹਾਈ ਲਈ ਕਿਵੇਂ ਕਰਨ ਤਾਂ ਕਿ ਜਿਹੜਾ ਤੁਸੀਂ ਮੁਕਾਮ ਹਾਸਲ ਕਰਦਾ ਜਾਂ ਕਰ ਰਹੇ ਹੋ ਉੱਥੋਂ ਇਸ ਜਿਹੜੀਆਂ ਉਹ ਹੋਰ ਵੀ ਅਚੀਵਮੈਂਟਸ ਕਰਨ। ਹਾਂਜੀ ਮੇਰਾ ਆਹੀ ਸੰਦੇਸ਼ ਹੈ ਸਾਰੇ ਯੂਥ ਨੂੰ ਕਿ ਅਗਰ ਤੁਸੀਂ ਮਿਹਨਤ ਨਾਲ ਅੱਗੇ ਅੱਗੇ ਕੰਮ ਕਰਦੇ ਰਹਿੰਦੇ ਹੋ ਕੰਸਿਸਟੈਂਟਲੀ, ਬਿਕੋਜ਼ ਕੰਸਿਸਟੈਂਸੀ ਜਿਹੜੀ ਹੈਗੀ ਹੈ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਬਿਕੋਜ਼ ਫਰੋਮ ਚਾਈਲਡਹੁੱਡ ਓਨਲੀ ਮੈਂ ਮਤਲਬ ਇੰਨੀ ਜ਼ਿਆਦਾ ਇੰਟੈਲੀਜੈਂਟ ਨਹੀਂ ਸੀ, ਬਟ ਕਾਲਜ ਦੇ ਵਿੱਚ ਆ ਕੇ ਮੈਂ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕੀਤਾ। ਔਰ ਆਫਟਰ ਮਾਈ ਮੈਰਿਜ ਆਲਸੋ ਤੁਸੀਂ ਮਤਲਬ ਹੈਰਾਨ ਹੋਵੋਗੇ ਕਿ BEd, MPhil, PhD, UGC ਐਵਰੀਥਿੰਗ ਆਈ ਹੈਵ ਡਨ ਆਫਟਰ ਮਾਈ ਮੈਰਿਜ। ਸੋ ਇਹਦੇ ਵਿੱਚ ਫੈਮਿਲੀ ਸਪੋਰਟ ਵੀ ਜ਼ਰੂਰਤ ਹੁੰਦੀ ਹੈਗੀ ਹੈ, ਬਟ ਸਾਰਾ ਕੁਝ ਮਤਲਬ ਅਚੀਵ ਹੌਲੀ ਕੀਤਾ। ਤੇ ਅਗਰ ਤੁਸੀਂ ਮਿਹਨਤ ਨਾਲ ਕੰਮ ਕਰਦੇ ਰਹਿੰਦੇ ਹੋ ਤਾਂ ਡੈਫੀਨੇਟਲੀ ਯੂ ਵਿਲ ਅਚੀਵ ਯੋਰ ਆਬਜੈਕਟਿਵਸ। ਥੈਂਕ ਯੂ। ਹਾਂ, ਬਹੁਤ ਬਹੁਤ ਧੰਨਵਾਦ ਡਾਕਟਰ ਰਿਤੂ ਕੁਮਰਾ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲ ਕੀਤੀ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ। ਦੋਸਤੋ, ਡਾਕਟਰ ਰਿਤੂ ਕੁਮਰਾ ਜੀ ਨੇ ਦੱਸਿਆ ਵੀ ਜਿਵੇਂ ਆਪਣੇ ਉਹਨਾਂ ਦੇ ਸੰਦੇਸ਼ ਦੇ ਵਿੱਚ ਵੀ ਕਿਹੜੇ ਲੋਕ ਕਿਸ ਤਰ੍ਹਾਂ ਇਹਨਾਂ ਨੂੰ ਆਪਣਾ ਟਾਰਗੇਟ ਅਚੀਵ, ਉਹਨਾਂ ਨੇ ਦੱਸਿਆ ਵੀ ਆਫਟਰ ਮੈਰਿਜ ਹੀ ਉਹਨਾਂ ਨੇ ਹਾਇਰ ਐਜੂਕੇਸ਼ਨ ਜਿਹੜੀ ਹੈ ਉਹ ਪੂਰੀ ਕੀਤੀ ਆ। ਸੋ ਵਿਅਕਤੀ ਨੂੰ, ਲੜਕੀਆਂ ਨੂੰ ਖਾਸ ਕਰਕੇ ਇਹੋ ਜਿਹਾ ਨਹੀਂ ਸਮਝਣਾ ਚਾਹੀਦਾ ਵੀ ਵਿਆਹ ਤੋਂ ਬਾਅਦ ਵੀ ਨਹੀਂ ਅਸੀਂ ਐਜੂਕੇਸ਼ਨ, ਵਿਆਹ ਤੋਂ ਬਾਅਦ ਵੀ ਆਪਣਾ ਟਾਰਗੇਟ ਅਚੀਵ ਜਿਹੜੀ ਉਹਨਾਂ ਨੇ ਸੋਚ ਉਹਨੂੰ ਪੂਰੀ ਕਰ ਸਕਦੇ, ਆਪਣੇ ਪੇਰੈਂਟਸ ਦੇ ਵੀ, ਆਪਣੇ ਸਸੁਰਾਲ ਘਰ ਵੀ ਸਾਰਾ ਕੁਝ ਕਰ ਸਕਦੇ ਆ, ਬਸ਼ਰਤੇ ਕਿ ਉਹ ਮਿਹਨਤ, ਇਮਾਨਦਾਰੀ ਤੇ ਲਗਨ ਦੇ ਨਾਲ ਕੰਮ ਕਰਨ। BBC ਪੰਜਾਬ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ।